ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਨਵਾਂ ਜਗਿਆਸੂ ਇੱਕ ਚੜ੍ਹਦੀ ਕਲਾ ਵਾਲੇ ਗੁਰਮੁਖ ਨਾਲ ਸੰਗਤ ਕਰ ਰਿਹਾ ਸੀ। ਉਸ ਵਕਤ ਉਹ ਆਪਣੇ 2 ਮੰਜ਼ਲੇ ਘਰ ਦੀ ਸਭ ਤੋਂ ਉੱਪਰਲੀ ਛੱਤ ਤੇ ਬੈਠੇ ਸਨ। ਦੁਪਹਿਰ ਦਾ ਸਮਾਂ ਸੀ ਅਤੇ ਚੇਤ ਮਹੀਨੇ ਦਾ ਸ਼ੁਰੂ ਹੀ ਸੀ। ਸੋਹਣੀ ਠੰਡੀ ਪਵਨ ਚੱਲ ਰਹੀ ਸੀ, ਪਰ ਸੂਰਜ ਸਿਖਰ ਤੇ ਹੋਣ ਕਰਕੇ ਗਰਮੀ ਦਾ ਅਹਿਸਾਸ ਵੀ ਦਿਵਾ ਰਿਹਾ ਸੀ। ਆਲੇ ਦੁਆਲੇ ਜਿੱਥੇ ਤੱਕ ਨਿਗਾਹ ਜਾਂਦੀ ਸੀ, ਕਣਕ ਦੇ ਹਰੇ ਬੂਟੇ ਲਹਿਰਾ ਰਹੇ ਸਨ। ਨੇਤਰਾਂ ਸਾਹਮਣੇ ਹਰ ਤਰਫ ਗਜ਼ਬ ਦੀ ਹਰਿਆਲੀ ਸੀ, ਜਿਸ ਕਾਰਨ ਉਹ ਐਨ ਸੰਤੋਖੇ ਹੋਏ ਸਨ। ਸਰੀਰ ਨਾਲ ਠੰਡੀ ਹਵਾ ਵੀ ਖਹਿ ਰਹੀ ਸੀ ਅਤੇ ਉੱਪਰੋਂ ਸੂਰਜ ਦੀ ਧੁੱਪ ਪੈ ਰਹੀ ਸੀ। ਇਹ ਠੰਡ ਅਤੇ ਗਰਮੀ ਦਾ ਮਿਸ਼ਰਣ ਜਿਸਮ ਨੂੰ ਅਜੀਬ ਸੁੱਖ ਦੇ ਰਿਹਾ ਸੀ। ਐਸੇ ਕੁਦਰਤੀ ਨਜ਼ਾਰੇ ਕਰਕੇ ਬਿਨਾਂ ਯਤਨ ਹੀ ਨਾਮ ਵਿੱਚ ਧਿਆਨ ਲੱਗ ਰਿਹਾ ਸੀ। ਉਹ ਜਗਿਆਸੂ ਅਤੇ ਗੁਰਮੁਖ ਜਨ ਖੇਤਾਂ ਵਿੱਚ ਬਣੇ ਇਸ 2 ਮੰਜ਼ਲੇ ਘਰ ਦੀ ਛੱਤ ਤੇ ਬੈਠੇ ਨਾਲੇ ਗੁਰਮਤਿ ਦੀ ਵਿਚਾਰ ਕਰ ਰਹੇ ਸਨ ਅਤੇ ਨਾਲੇ ਕੁਦਰਤ ਦਾ ਆਨੰਦ ਮਾਣ ਰਹੇ ਸਨ। ਜਗਿਆਸੂ ਵੀਰ ਗੁਰਮੁਖਾਂ ਨੂੰ ਕਹਿਣ ਲੱਗਾ, ਮੈਨੂੰ ਬਾਣੀ ਤੇ ਸ਼ੰਕਾ ਕੋਈ ਨਹੀਂ, ਪਰ ਮੈਨੂੰ ਇਹ ਪੰਕਤੀ ਸੁਣ ਕੇ ਚੰਗਾ ਨਹੀਂ ਲੱਗਦਾ। ਸ਼ਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਂ ਹੋਂ ਕਰੀ ਨਾ ਹੋਈ। ਇਸ ਦਾ ਮਤਲਬ ਤਾਂ ਇਹ ਹੋ ਗਿਆ ਕਿ ਦੁੱਖ ਚੰਗੀ ਚੀਜ਼ ਹੈ ਅਤੇ ਸੁੱਖ ਮਾੜਾ ਹੈ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਸੁੱਖ ਕਿਉਂ ਮਾੜਾ ਹੈ ਅਤੇ ਦੁੱਖ ਕਿਉਂ ਚੰਗਾ ਹੈ। ਕੀ ਕਿਸੇ ਵਿਅਕਤੀ ਵਾਸਤੇ ਦੁੱਖ ਵੀ ਚੰਗਾ ਹੋ ਸਕਦਾ ਹੈ? ਉਸ ਦੀ ਗੱਲ ਸੁਣ ਕੇ ਗੁਰਮੁਖ ਜਨ ਮੁਸਕਰਾਉਣ ਲੱਗ ਪਏ। ਉਹ ਕੁਝ ਚਿਰ ਚੁੱਪ ਕੀਤੇ ਰਹੇ, ਜਿਵੇਂ ਕਿਸੇ ਹੋਰ ਮੰਡਲ ਵਿੱਚ ਪਹੁੰਚ ਗਏ ਹੋਣ। ਜਗਿਆਸੂ ਉਹਨਾਂ ਦੇ ਨੂਰਾਨੀ ਚਿਹਰੇ ਵੱਲ ਦੇਖਦਾ ਰਿਹਾ ਅਤੇ ਉਹਨਾਂ ਦੇ ਨਾਮ ਨਾਲ ਸਵਾਰੇ ਹੋਏ ਇਲਾਹੀ ਹੁਸਨ ਦੇ ਜਾਮ ਪੀਂਦਾ ਰਿਹਾ। ਗੁਰਮੁਖਾਂ ਨੇ ਉਸ ਜਗਿਆਸੂ ਨੂੰ ਇਸ਼ਾਰਾ ਕੀਤਾ ਅਤੇ ਉਸ ਨੂੰ ਕੋਠੇ ਦੇ ਜੰਗਲੇ ਤੱਕ ਲੈ ਗਏ। ਉਹਨਾਂ ਨੇ ਥੱਲੇ ਨਿਗਾਹ ਮਾਰੀ ਤਾਂ ਦੇਖਿਆ ਕਿ ਘਰੇ ਸਫਾਈ ਦਾ ਕੰਮ ਕਰਨ ਵਾਲੀ ਬੀਬੀ ਦਾ ਛੋਟਾ 7-8 ਸਾਲ ਦਾ ਬੱਚਾ ਖੇਲ ਰਿਹਾ ਸੀ। ਗੁਰਮੁਖ ਪਿਆਰਿਆਂ ਨੇ ਜੇਬ ਵਿੱਚੋਂ 10 ਦਾ ਨੋਟ ਥੋੜਾ ਗਿੱਲਾ ਕਰਕੇ ਥੱਲੇ ਜਿੱਥੇ ਉਹ ਮੁੰਡਾ ਖੜਾ ਸੀ ਸੁੱਟਿਆ। ਉਹ ਗਿੱਲਾ ਹੋਣ ਕਰਕੇ ਪਾਣੀ ਦੇ ਭਾਰ ਨਾਲ ਉੱਥੇ ਹੀ ਡਿੱਗਿਆ ਜਿੱਥੇ ਉਹ ਮੁੰਡਾ ਖੜਾ ਸੀ। ਪੈਰਾਂ ਵਿੱਚ ਡਿੱਗੇ ਨੋਟ ਨੂੰ ਦੇਖ ਕੇ ਉਸ ਮੁੰਡੇ ਨੇ ਝੁੱਕ ਕੇ ਉਹ ਨੋਟ ਚੱਕ ਲਿਆ। ਕੁਝ ਦੇਰ ਉਹ ਨੋਟ ਨੂੰ ਦੇਖਦਾ ਰਿਹਾ ਅਤੇ ਫਿਰ ਉਸਨੇ ਉਹ ਨੋਟ ਜੇਬ ਵਿੱਚ ਪਾ ਲਿਆ ਅਤੇ ਦੁਬਾਰਾ ਖੇਡਣ ਲੱਗ ਪਿਆ। ਹੁਣ ਗੁਰਮੁਖਾਂ ਨੇ ਇੱਕ ਹੋਰ ਨੋਟ ਕੱਢਿਆ ਅਤੇ ਗਿੱਲਾ ਕਰਕੇ ਥੱਲੇ ਸੁੱਟਿਆ। ਇਸ ਵਾਰੀ ਉਹਨਾਂ ਨੇ 50 ਦਾ ਨੋਟ ਥੱਲੇ ਸੁੱਟਿਆ। ਇਹ ਨੋਟ ਵੀ ਉਸ ਮੁੰਡੇ ਦੇ ਪੈਰਾਂ ਕੋਲ ਡਿੱਗਿਆ। ਇਸ ਵਾਰੀ ਉਹ ਮੁੰਡਾ ਡਾਢਾ ਚਿਰ ਨੋਟ ਚੱਕ ਕੇ ਉਸ ਨੂੰ ਉੱਪਰ ਥੱਲੇ ਕਰਕੇ ਦੇਖਦਾ ਰਿਹਾ ਅਤੇ ਫਿਰ ਉਸ ਨੋਟ ਨੂੰ ਜੇਬ ਵਿੱਚ ਪਾ ਕੇ ਦੁਬਾਰਾ ਖੇਡਣ ਲੱਗ ਪਿਆ। ਜਗਿਆਸੂ ਹੈਰਾਨ ਸੀ ਕਿ ਗੁਰਮੁਖ ਪਿਆਰੇ ਕਰ ਕੀ ਰਹੇ ਹਨ। ਉਹ ਕੁਝ ਬੋਲਣ ਲੱਗਾ ਤਾਂ ਗੁਰਮੁਖਾਂ ਨੇ ਉਸ ਨੂੰ ਹੱਥ ਦਾ ਇਸ਼ਾਰਾ ਕਰਕੇ ਚੁੱਪ ਕਰਾ ਦਿੱਤਾ। ਹੁਣ ਉਹਨਾਂ ਨੇ ਇੱਕ ਛੋਟਾ ਜਿਹਾ ਹਲਕਾ ਜਿਹਾ ਰੋੜਾ ਚੁੱਕਿਆ ਅਤੇ ਉਹ ਰੋੜਾ ਥੱਲੇ ਖੇਡ ਰਹੇ ਮੁੰਡੇ ਵੱਲ ਸੁੱਟਿਆ। ਇਹ ਰੋੜਾ ਉਸ ਲੜਕੇ ਦੇ ਮੋਢੇ ਤੇ ਡਿੱਗਾ। ਉਹ ਬਹੁਤ ਹਲਕਾ ਜਿਹਾ ਰੋੜਾ ਸੀ, ਜਿਸ ਨਾਲ ਸੱਟ ਲੱਗਣ ਦਾ ਕੋਈ ਖਦਸ਼ਾ ਨਹੀਂ ਸੀ, ਪਰ ਜਦੋਂ ਇਹ ਰੋੜਾ ਸਰੀਰ ਤੇ ਵੱਜਿਆ ਤਾਂ ਉਸ ਮੁੰਡੇ ਨੂੰ ਅਹਿਸਾਸ ਹੋ ਗਿਆ ਕਿ ਕੋਈ ਚੀਜ਼ ਉਸ ਦੇ ਵੱਜੀ ਹੈ। ਉਸਨੇ ਉਸੇ ਵੇਲੇ ਉੱਪਰ ਵੱਲ ਦੇਖਿਆ, ਪਰ ਉੱਪਰ ਗੁਰਸਿੱਖਾਂ ਨੂੰ ਦੇਖ ਕੇ ਕੁਝ ਸ਼ਰਮਾ ਗਿਆ ਅਤੇ ਦੁਬਾਰਾ ਖੇਡਣ ਲੱਗ ਪਿਆ। ਇਸ ਤੋਂ ਬਾਅਦ ਗੁਰਮੁਖਾਂ ਨੇ ਉਸ ਜਗਿਆਸੂ ਨੂੰ ਪੁੱਛਿਆ, ਕਿਉਂ ਭਾਈ, ਤੈਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੈ ਕਿ ਨਹੀਂ? ਜਗਿਆਸੂ ਕਹਿਣ ਲੱਗਾ, ਜੀ ਤੁਸੀਂ ਸਮਝਾ ਦੇਵੋ, ਪੂਰੀ ਸਮਝ ਨਹੀਂ ਆਈ। ਇਹ ਸੁਣ ਕੇ ਗੁਰਮੁਖ ਜਨ ਕਹਿਣ ਲੱਗੇ, ਦੇਖੋ, ਜਦੋਂ ਉਸ ਲੜਕੇ ਨੂੰ 2 ਵਾਰੀ ਉੱਪਰੋਂ ਰੁਪਏ ਸੁੱਟੇ ਤਾਂ ਉਸਨੇ ਉੱਪਰ ਦੇਖਣ ਦੀ ਕੋਈ ਲੋੜ ਨਹੀਂ ਸਮਝੀ ਅਤੇ ਰੁਪਇਆਂ ਵਿੱਚ ਹੀ ਮਸਤ ਹੋ ਗਿਆ। ਪਰ ਜਦੋਂ ਉਸ ਨੂੰ ਉੱਪਰੋਂ ਰੋੜਾ ਮਾਰਿਆ ਤਾਂ ਉਸਨੇ ਫਟ ਉੱਪਰ ਦੇਖਿਆ। ਇਸੇ ਤਰ੍ਹਾਂ ਹੀ ਜਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਇਨਸਾਨ ਨੂੰ ਸੁੱਖ ਦਿੰਦਾ ਹੈ ਤਾਂ ਉਹ ਇਨਸਾਨ ਕਦੇ ਵਾਹਿਗੁਰੂ ਸਾਹਿਬ ਵੱਲ ਨਿਗਾਹ ਨਹੀਂ ਕਰਦਾ ਅਤੇ ਉਸ ਸੁੱਖ ਵਿੱਚ ਹੀ ਮਖਮੂਰੋ ਮਸ਼ਗੂਲ ਹੋ ਜਾਂਦਾ ਹੈ। ਪਰ ਜਦੋਂ ਪਰਮੇਸ਼ਰ ਜੀਵ ਨੂੰ ਉਸ ਦੇ ਕਰਮਾਂ ਅਨੁਸਾਰ ਦੁੱਖ ਦਿੰਦਾ ਹੈ ਤਾਂ ਉਹ ਪਰਮੇਸ਼ਰ ਵੱਲ ਨਿਗਾਹ ਕਰ ਲੈਂਦਾ ਹੈ। ਆਪਣੇ ਦੁੱਖ ਦਾ ਉਪਾਅ ਕਰਨ ਲਈ ਉਹ ਯਤਨ ਕਰਦਾ ਹੈ, ਪਾਠ ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ ਅਤੇ ਸੰਗਤ ਵਿੱਚ ਜਾਂਦਾ ਹੈ।
ਹੁਣ ਤੂੰ ਆਪ ਹੀ ਸੋਚ ਲੈ ਕਿ ਸੁੱਖ ਚੰਗਾ ਕਿ ਦੁੱਖ। ਇਹ ਗੱਲ ਸੁਣ ਕੇ ਜਗਿਆਸੂ ਹੈਰਾਨ ਰਹਿ ਗਿਆ। ਕੁਝ ਚਿਰ ਚੁੱਪ ਰਹਿ ਕੇ ਕਹਿਣ ਲੱਗਿਆ, ਬਾਬਾ ਜੀ, ਤੁਸੀਂ ਸੱਚ ਫਰਮਾਇਆ ਹੈ। ਸੱਚੀ ਉਹ ਸੁੱਖ ਜੋ ਵਾਹਿਗੁਰੂ ਸਾਹਿਬ ਜੀ ਤੋਂ ਦੂਰ ਕਰ ਦੇਵੇ ਤਾਂ ਰੋਗ ਹੀ ਹੈ, ਪਰ ਜੋ ਦੁੱਖ ਪਰਮੇਸ਼ਰ ਨਾਲ ਜੋੜ ਦੇਵੇ, ਪਰਮੇਸ਼ਰ ਦਾ ਨਾਮ ਜਪਾਵੇ, ਉਹ ਦੁੱਖ ਨਹੀਂ ਸਗੋਂ ਉਹ ਤਾਂ ਵਰਦਾਨ ਹੈ। ਇਹ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੇ ਆਪਾਂ ਆਪਣਾ ਭਲਾ ਚਾਹੁੰਦੇ ਹਾਂ ਤਾਂ ਸੁੱਖ ਵਿੱਚ ਵੀ ਪਰਮੇਸ਼ਰ ਨੂੰ ਚੇਤੇ ਕਰੀਏ, ਤਾਂ ਕਿ ਉਸ ਨੂੰ ਸਾਨੂੰ ਸਿੱਧੇ ਰਸਤੇ ਤੇ ਲਿਆਉਣ ਲਈ ਸਾਨੂੰ ਦੁੱਖ ਦੇਣਾ ਹੀ ਨਾ ਪਵੇ। ਸੁੱਖ ਅਤੇ ਦੁੱਖ ਬਾਰੇ ਗੁਰੂ ਅੰਗਦ ਦੇਵ ਜੀ ਦਾ ਇਹ ਉਪਦੇਸ਼ ਬਹੁਤ ਹੀ ਲਾਹੇਵੰਦ ਹੈ, ਜੋ ਕਿ ਹਰ ਇੱਕ ਗੁਰਸਿੱਖ ਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ ਹੈ। ਮਹੱਲਾ ਦੂਜਾ। ਜਾਂ ਸੁੱਖ ਤਾਂ ਸ਼ੌਹਰਾਵਿਓ, ਦੁੱਖ ਭੀ ਸੰਭਾਲਿਓ ਏ। ਨਾਨਕ ਕਹਿ ਸਿਆਣੀਏ, ਇਉਂ ਕੰਤ ਮਿਲਾਵਾ ਹੋਏ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਨੂੰ ਇਸ ਮਤ ਬਖਸ਼ਣ ਕਿ ਦੁੱਖ ਅਤੇ ਸੁੱਖ ਦੋਹਾਂ ਸੂਰਤਾਂ ਵਿੱਚ ਅਸੀਂ ਵਾਹਿਗੁਰੂ ਸਾਹਿਬ ਜੀ ਦਾ ਸਿਮਰਨ ਕਦੇ ਨਾ ਛੱਡੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।